ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 116ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਬਰਾਗਣ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜਿਉ ਰਹਾਓ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜਿਉ ਰਹਾਓ। ਤੁਝ ਬਿਨ ਕਰੀ ਨ ਜੀਵਨਾ ਤ੍ਰਿਗ ਰਹਿਣਾ ਸੰਸਾਰ। ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮ ਬਲਹਾਰ ਜੀ। ਹਸਤ ਆਲੰਬਣ ਦੇ ਪ੍ਰਭ ਗਰਤੇ ਉਦਰ ਗੋਪਾਲ। ਮੋਹ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ। ਕਿਆ ਸੁਖ ਤੇਰੇ ਸੰਮਲਾ ਕਵਨ ਵਿਧੀ ਵਿਚਾਰ। ਸਰਨ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ। ਸਗਲ ਪਦਾਰਥ ਅਸ਼ਟ ਸਿਧ ਨਾਮ ਮਹਾਰਸ ਮਾਏ। ਸੋ ਪ੍ਰਸੰਨ ਭੈ ਕੇਸਵਾ ਸੇ ਜਨ ਹਰ ਗੁਣ ਗਾਏ। ਮਾਤ ਪਿਤਾ ਸੁਪ ਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੇ ਬਿਖਤਰਿਆ ਸੰਸਾਰ। ਮਾਤ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੇ ਬਿਖ ਤਰਿਆ ਸੰਸਾਰ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਪਰਮੇਸ਼ਰ ਅੱਗੇ ਕਿਸ ਤਰ੍ਹਾਂ ਬੇਨਤੀ ਅਤੇ ਅਰਦਾਸ ਕਰਨੀ ਹੈ ਕਿ ਉਹ ਸਾਨੂੰ ਆਪਣੇ ਅੰਸ਼ ਨਾਲ ਲਗਾ ਲਵੇ ਜੀ। ਗੁਰੂ ਜੀ ਸਾਨੂੰ ਕਹਿੰਦੇ ਹਨ ਕਰਤਾ ਪੁਰਖ ਪਰਮੇਸ਼ਰ ਰੂਪ ਸ੍ਰਿਸ਼ਟੀ ਦੇ ਮਾਲਕ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਪਿਆਰੇ ਮਿੱਤਰ ਪਰਮੇਸ਼ਰ, ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੇਰੇ ਨਾਲ ਵਸ ਭਾਵ ਮੇਰੇ ਹਿਰਦੇ ਵਿੱਚ ਵਸ ਜਾਓ ਜੀ। ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਬਖਸ਼ੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਤੁਹਾਡੇ ਤੋਂ ਬਿਨਾਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਮੇਰਾ ਘੜੀ ਭਰ ਦਾ ਜੀਵਨਾ ਵੀ ਕਿਸੇ ਕੰਮ ਦਾ ਨਹੀਂ ਹੈ ਜੀ। ਕੋਈ ਜੀਵਨਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਤੋਂ ਬਿਨਾਂ ਇਸ ਸੰਸਾਰ ਵਿੱਚ ਤ੍ਰਿਗ ਰਹਿਣਾ ਭਾਵ ਅਜਿਹਾ ਰਹਿਣਾ ਵਿਕਾਰਾਂ ਦੇ ਯੋਗ ਹੈ ਜੀ। ਵਿਕਾਰਾਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਵਿਕਾਰ ਕਾਬੂ ਜੀ ਆਉਂਦੇ ਹਨ ਜੀ। ਜੇ ਉਹ ਹੀ ਨਹੀਂ ਹਨ ਜੀ ਤੇ ਵਿਕਾਰ ਚੰਬੜ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੀ ਜਿੰਦ ਤੇ ਪ੍ਰਾਣ ਦੇ ਸੁਖ ਦਾਤੇ ਸੁੱਖਾਂ ਦੇ ਦਾਤਿਆ ਮੇਰੇ ਪਰਮੇਸ਼ਰ, ਮੈਨੂੰ ਤੁਹਾਡੇ ਤੋਂ ਬਿਨਾਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਨਿਮਖ ਨਿਮਖ ਨਹੀਂ ਜੀ ਸਕਦਾ ਜੀ। ਅਤੇ ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਤੁਹਾਡੇ ਤੋਂ ਬਲਿਹਾਰ ਸਦਕੇ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਮੈਨੂੰ ਆਪਣੇ ਹਸਤ ਭਾਵ ਆਪਣੇ ਹੱਥਾਂ ਦਾ ਆਸਰਾ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਆਪਣੇ ਚਰਨ ਕਮਲਾਂ ਦਾ ਸਹਾਰਾ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਗੋਪਾਲ, ਮੈਨੂੰ ਗਰਤੇ ਭਾਵ ਵਿਕਾਰਾਂ ਰੂਪੀ ਟੋਇਆਂ ਵਿੱਚੋਂ ਉਧਾਰ ਲਵੋ ਜੀ। ਉਧਾਰ ਲਵੋ ਭਾਵ ਬਾਹਰ ਕੱਢ ਲਵੋ ਜੀ, ਤਾਰ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਅੰਦਰ ਕੋਈ ਵੀ
ਚੰਗੇ ਗੁਣ ਨਹੀਂ ਹਨ ਜੀ। ਮੈਂ ਗੁਣਾਂ ਤੋਂ ਖਾਲੀ ਅਤੇ ਮੇਰੀ ਮੱਤ ਵੀ ਬਹੁਤ ਥੋੜ੍ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਤੁਸੀਂ ਪਰਮੇਸ਼ਰ ਸਦਾ ਦੀਨਾਂ ਦੇ ਦਿਆਲ ਹੋ ਜੀ ਅਤੇ ਸਾਰਿਆਂ ਉੱਤੇ ਤਰਸ ਖਾਣ ਵਾਲੇ ਹੋ ਜੀ, ਅਤੇ ਇਸ ਨਿਮਾਣੇ ਉੱਤੇ ਵੀ ਤਰਸ ਕਰੋ ਅਤੇ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਬਖਸ਼ੋ ਜੀ, ਉਸ ਨਾਲ ਜੋੜੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਮੇਰੇ ਮੈਂ ਤੁਹਾਡੇ ਕਿਹੜੇ ਸੁੱਖਾਂ ਨੂੰ ਯਾਦ ਕਰਾਂ ਜੀ। ਭਾਵ ਤੁਸੀਂ ਬੇਅੰਤ ਸੁੱਖ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਹਨਾਂ ਨੂੰ ਕਿਹੜੀ ਵਿਧੀ ਭਾਵ ਯੁਕਤੀ ਨਾਲ ਵਿਚਾਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਉੱਚੇ ਪਹੁੰਚ ਤੇ ਬੇਅੰਤ ਪਰਮੇਸ਼ਰ, ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੈਨੂੰ ਆਪਣੇ ਸ਼ਰਨ ਵਿੱਚ ਆਏ ਨੂੰ ਪਨਾਹ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਆਪਣੇ ਦਾਸਾਂ ਦੇ ਹਿੱਤ ਕਰੋ ਜੀ, ਭਾਵ ਆਪਣੇ ਦਾਸਾਂ ਦੀ ਸਹਾਇਤਾ ਕਰਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਇਸ ਸੰਸਾਰ ਦੇ ਸਾਰੇ ਪਦਾਰਥ ਅੱਠੇ ਸਿੱਧੀਆਂ ਰਿਧੀਆਂ ਹੋਠ ਸਭ ਰਸਾਂ ਤੋਂ ਮਹਾਨ ਰਸ ਸਿਰਫ ਇੱਕ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਉੱਤੇ ਕੇਸਵਾ ਭਾਵ ਸੁੰਦਰ ਪਰਮੇਸ਼ਰ ਪ੍ਰਸੰਨ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਜਨ ਹੀ ਉਸ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਮੇਰੇ ਵਾਸਤੇ ਤੁਸੀਂ ਹੀ ਮੇਰੇ ਸੰਗ, ਮੇਰੇ ਮਿੱਤਰ, ਮਾਤਾ ਪਿਤਾ ਪੁੱਤਰ ਬੰਧਵੋ ਭਾਵ ਸਾਕ ਸੰਬੰਧੀ ਹੋ ਜੀ, ਅਤੇ ਤੁਸੀਂ ਹੀ ਮੇਰੇ ਪ੍ਰਾਣਾਂ ਦਾ, ਇਸ ਜਿੰਦ ਦਾ, ਇਸ ਜੀਵਨ ਦਾ ਆਸਰਾ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਸੰਗ ਦੁਆਰਾ ਮੈਂ ਤੁਹਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਸਿਮਰਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਵਿਧੀ ਰੂਪ ਭਾਵ ਇਸ ਜ਼ਹਿਰ ਰੂਪੀ ਵਿਕਾਰਾਂ ਵਾਲੇ ਸੰਸਾਰ ਤੋਂ ਮੈਂ ਤਰ ਗਿਆ ਜੀ। ਭਾਵ ਜ਼ਹਿਰ ਰੂਪੀ ਵਿਕਾਰਾਂ ਤੇ ਕਾਬੂ ਪਾ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰਾਹੀਂ ਕਾਬੂ ਪਾ ਕੇ ਇਸ ਸੰਸਾਰ ਸਾਗਰ ਤੋਂ ਤਰ ਗਿਆ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਤਨੋਂ ਮਨੋਂ ਵਾਹਿਗੁਰੂ ਪਰਮੇਸ਼ਰ ਅੱਗੇ ਵਿਰਾਗ ਭਰੀ ਬੇਨਤੀ ਅਰਦਾਸ ਕਰੀ ਦੱਸਦੇ ਹਨ ਜੀ। ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਨੂੰ ਕਈ ਨਾਵਾਂ ਨਾਲ ਦੀਨ ਦਿਆਲ, ਸਰਨਦਾਤਾ, ਸੁਖਦਾਤਾ ਸਮਝਣ ਦੇ ਨਾਲ ਨਾਲ ਮਾਂ ਪਿਓ ਪੁੱਤਰ ਅਤੇ ਹੋਰ ਸੰਬੰਧੀਆਂ ਵਾਲੀ ਸਨੇਹ ਭਾਵਨਾ ਦਾ ਪ੍ਰਵੇਸ਼ ਹੋ ਜਾਵੇ ਤਾਂ ਇਹ ਸਹਿਜੇ ਪਰਮੇਸ਼ਰ ਦੀ ਖੁਸ਼ੀ ਦਾ ਪਾਤਰ ਬਣ ਸਕੀਦਾ ਹੈ ਜੀ। ਭਾਵ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹਿਰਦੇ ਵਿੱਚ ਵਸੇ ਤਾਂ ਫਿਰ ਉਹ ਪਰਮੇਸ਼ਰ ਹੀ ਤੁਹਾਡੇ ਸਾਰੇ ਰਿਸ਼ਤੇ ਉਸ ਵਿੱਚ ਹੀ ਹਨ ਜੀ। ਤੁਹਾਡੇ ਮਾਂ ਪੁੱਤਰ ਭੈਣ ਭਾਈ ਸਭ ਕੁਛ ਜੀ, ਅਤੇ
ਉਹ ਪਰਮੇਸ਼ਰ ਹੀ ਤੁਹਾਨੂੰ ਸਹਾਇਤਾ ਨਿਮਾਣਿਆਂ ਦਾ ਮਾਣ ਰੱਖਣ ਵਾਲਾ ਅਤੇ ਸਹਾਇਤਾ ਕਰਨ ਵਾਲਾ ਹੈ ਜੀ। ਅਤੇ ਉਸ ਪਰਮੇਸ਼ਰ ਦੀਆਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਣ ਅਤੇ ਸਿਫਤਾਂ ਕਰਨੀਆਂ ਹਨ ਜੀ। ਉਸ ਅੱਗੇ ਨਿਮਾਣਾ ਹੋਣਾ ਹੈ ਜੀ। ਇਹ ਦੈਵੀ ਗੁਣ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜਿਨ੍ਹਾਂ ਦੇ ਹਿਰਦੇ ਸ਼ੁੱਧ ਹੁੰਦੇ ਹਨ ਜੀ, ਉਹਨਾਂ ਦੇ ਜੀਵਨ ਬਿਖ ਭਾਵ ਉਹਨਾਂ ਦੇ ਜ਼ਹਿਰ ਬਿਖ ਭਾਵ ਵਿਕਾਰਾਂ ਵਾਲੇ ਵਿਕਾਰ ਕਾਬੂ 'ਚ ਆ ਜਾਂਦੇ ਹਨ ਜੀ। ਅਤੇ ਉਹ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕੇ ਆਪਣੇ ਮੂਲ ਨੂੰ ਪਛਾਣਦੇ ਹਨ ਜੀ ਅਤੇ ਪਰਮਾਤਮਾ ਦੇ ਅੰਸ਼ ਨਾਲ ਮਿਲ ਜਾਂਦੇ ਹਨ ਜੀ। ਅਤੇ ਇਸ ਸੰਸਾਰ ਤੋਂ ਸਹਿਜੇ ਹੀ ਪਾਰ ਹੋ ਜਾਂਦੇ ਹਨ ਜੀ। ਉਹਨਾਂ ਦਾ ਇਸ ਜ਼ਿੰਦਗੀ ਵਿੱਚ ਜੀਵਨ ਵਿੱਚ ਆਉਣਾ ਸਫਲ ਹੈ ਜੀ। ਉਹਨਾਂ ਦਾ ਹੀ ਸਫਲ ਹੈ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਰਮਤਿ ਦੁਆਰਾ ਉਸ ਪਰਮੇਸ਼ਰ ਨਾਲ ਜੁੜਦੇ ਹਨ ਅਤੇ ਆਪਣੇ ਹਰ ਮੂਲ ਨੂੰ ਪਹਿਚਾਣਦੇ ਹਨ ਜੀ। ਉਸ ਨਾਲ ਹੀ ਪਰਮੇਸ਼ਰ ਨਾਲ ਇਕਮਿਕ ਹੋ ਸਕੀਦਾ ਹੈ ਜੀ। ਸੋ ਆਓ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਇਹ ਦਾਤ ਬਖਸ਼ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜ ਸਕੀਏ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।